ਹੈਲੋ ਦੋਸਤੋ, ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਪਾਰਟ 27 ਪੰਜਾਬੀ ਦਾ। ਆਪਣਾ ਅੱਜ ਦਾ ਟੌਪਿਕ ਹੈਗਾ ਅਰਥਬੋਧ। ਤਾਂ ਇਸ ਵੀਡੀਓ ਦੇ ਵਿੱਚ ਮੋਸਟਲੀ ਜਿੰਨੇ ਵੀ ਜਿਹੜੇ ਸਿੰਪਲ ਇੰਨੀਆਂ ਗੱਲਾਂ ਹੈਗੀਆਂ ਜਾਂ ਡੈਫੀਨੇਸ਼ਨਾਂ ਹੈਗੀਆਂ ਜਾਂ ਇਹਦੀਆਂ ਉਦਾਹਰਨਾਂ ਹੈਗੀਆਂ, ਆਪਾਂ ਸਾਰੀਆਂ ਕੰਪਲੀਟ ਕਰ ਲਾਂਗੇ। ਵੀ ਇੱਕ ਵੀਡੀਓ ਦੇ ਵਿੱਚ ਅਰਥਬੋਧ ਕੰਪਲੀਟ ਕਰ ਲਾਂਗੇ ਅਤੇ ਕੱਲ੍ਹ ਨੂੰ ਆਪਾਂ ਫਿਰ 30 MCQ ਦਾ ਟੈਸਟ ਲਵਾਂਗੇ। ਤਿਆਰ ਰਹੋ। ਤਾਂ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ। ਤਾਂ ਪਿਛਲੀਆਂ ਵੀਡੀਓ ਕੋਈ ਬੱਚਾ ਮਿਸ ਨਾ ਕਰਿਓ, ਪਿਛਲੀਆਂ ਵੀਡੀਓ ਵੇਖਦੇ ਰਹੋ, ਸੀਕੁਐਂਸ ਵਾਈਜ਼ ਚੱਲ ਰਹੀਆਂ। ਵਿਆਕਰਨ ਮੰਨ ਲਓ ਆਪਣੀ ਅੱਜ ਹੋ ਜੂਗੀ, ਤਾਂ ਆਪਾਂ ਨੈਕਸਟ ਟੌਪਿਕ ਕਰਾਂਗੇ। ਹੁਣ ਜਿਵੇਂ ਨਾਮ ਪੜਨਾਂਵ ਸਾਰੇ ਹੌਲੀ ਹੌਲੀ ਕਰਦੇ ਰਹਾਂਗੇ ਜਿੰਨੇ ਵੀ ਹੋਏ। ਤਾਂ ਸ਼ੁਰੂ ਕਰਦੇ ਹਾਂ ਆਪਾਂ ਆਪਣੇ ਅਰਥਬੋਧ। ਅਰਥਬੋਧ ਦੇ ਵਿੱਚ ਪਹਿਲਾਂ ਆਪਾਂ ਇਹਦੀਆਂ ਮੇਨ ਗੱਲਾਂ ਕਰਾਂਗੇ। ਤਾਂ ਇਹਦੇ ਵਿੱਚ ਕੀ ਹੈ ਆਪਣੇ ਕੋਲ? ਪਹਿਲਾਂ ਅਰਥ ਵਿਚਾਰ। ਠੀਕ ਹੈ, ਅਰਥ ਵਿਚਾਰ ਭਾਸ਼ਾ ਵਿਗਿਆਨ ਦੀ ਇੱਕ ਪ੍ਰਾਚੀਨ ਸ਼ਾਖਾ ਹੈ। ਠੀਕ ਹੈ, ਜਿਹੜਾ ਅਰਥ ਵਿਚਾਰ ਹੈ ਉਹ ਭਾਸ਼ਾ ਵਿਗਿਆਨ ਦੀ ਇੱਕ ਪ੍ਰਾਚੀਨ ਸ਼ਾਖਾ ਹੈ, ਜਿਸ ਵਿੱਚ ਅਰਥ ਕੀ ਹੈ, ਅਰਥ ਦਾ ਗਿਆਨ ਕਿਵੇਂ ਹੁੰਦਾ ਹੈ, ਸ਼ਬਦ ਅਤੇ ਅਰਥ ਵਿੱਚ ਕੀ ਸੰਬੰਧ ਹੈ, ਅਰਥ ਦਾ ਨਿਰਣੈ ਕਿਵੇਂ ਕੀਤਾ ਜਾਂਦਾ ਹੈ, ਅਰਥ ਵਿੱਚ ਪਰਿਵਰਤਨ, ਉਸ ਦੀ ਗਤੀ ਦਿਸ਼ਾ ਪਰਿਵਰਤਨ ਦੇ ਕਾਰਨ ਅਤੇ ਉਪਯੋਗ ਆਦਿ ਦਾ ਸੂਖਮ ਅਤੇ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ। ਇੱਥੇ ਗੱਲ ਕੀਤੀ ਗਈ ਹੈ ਕਿ ਅਰਥ ਵਿਚਾਰ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਅਧਿਐਨ ਕੀਤਾ ਜਾਂਦਾ, ਕਿਹੜੇ ਤੌਰ 'ਤੇ? ਸੂਖਮ ਤੌਰ 'ਤੇ, ਮਤਲਬ ਬੜਾ ਬਰੀਕੀ ਨਾਲ। ਠੀਕ ਹੈ, ਇੱਥੇ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਅਰਥ ਵਿੱਚ ਕੀ ਸੰਬੰਧ ਹੈ ਦਾ ਅਧਿਐਨ ਕਿਹੜੇ ਦੇ ਵਿੱਚ ਪਾਰਟ ਦੇ ਵਿੱਚ ਕੀਤਾ ਜਾਂਦਾ? ਤਾਂ ਅਰਥ ਵਿਚਾਰ ਦੇ ਵਿੱਚ ਕੀਤਾ ਜਾਂਦਾ। ਠੀਕ ਹੈ, ਨੈਕਸਟ ਅਰਥ ਵਿਗਿਆਨ। ਅਰਥ ਵਿਚਾਰ ਆਪਾਂ ਕਰ ਲਿਆ, ਹੁਣ ਆਪਣੇ ਕੋਲ ਹੈ ਅਰਥ ਵਿਗਿਆਨ। ਧਿਆਨ ਨਾਲ ਸਮਝ ਲਿਓ, ਬਸ ਅੱਜ ਸਮਝਣ ਵਾਲਾ ਟੌਪਿਕ ਹੀ ਹੈ। ਅਰਥ ਵਿਗਿਆਨ ਵਿੱਚ ਕੀ ਹੈ? ਸ਼ਬਦਾਂ ਦੇ ਅਰਥਾਂ ਨਾਲ ਸੰਬੰਧ। ਸ਼ਬਦਾਂ ਦਾ ਜਿਹੜਾ ਅਰਥਾਂ ਨਾਲ ਸੰਬੰਧ ਹੁੰਦਾ ਉਹਦੇ ਵਿਗਿਆਨ ਨੂੰ ਕੀ ਕਹਿੰਦੇ ਆ? ਅਰਥ ਵਿਗਿਆਨ। ਅਤੇ ਉਸ ਤੋਂ ਬਾਅਦ ਆਪਣੇ ਕੋਲ ਕੀ ਹੈ? ਅਰਥ ਵਿਗਿਆਨ ਵਿੱਚ ਦੋ ਪ੍ਰਕਾਰ ਦੇ ਅਰਥਾਂ ਨੂੰ ਸਵੀਕਾਰਿਆ ਜਾਂਦਾ। ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ? ਅਰਥ ਵਿਗਿਆਨ ਜੇ ਪੁੱਛ ਲਏ ਤੁਹਾਨੂੰ ਤਾਂ ਕਿਹਨੂੰ ਕਹਿੰਦੇ ਆ? ਸ਼ਬਦਾਂ ਦੇ ਅਰਥਾਂ ਨਾਲ ਜਿਹੜੇ ਸੰਬੰਧ ਹੁੰਦੇ ਆ ਉਹਦਾ ਵਿਗਿਆਨ ਹੈ, ਉਹਨੂੰ ਕਹਿੰਦੇ ਆ ਅਰਥ ਵਿਗਿਆਨ। ਤਾਂ ਇਹਦੇ ਵਿੱਚ ਦੋ ਪ੍ਰਕਾਰ ਦੇ ਅਰਥਾਂ ਨੂੰ ਸਵੀਕਾਰ ਕੀਤਾ ਜਾਂਦਾ। ਕਿਹੜੇ ਆ? ਸ਼ਾਬਦਿਕ ਅਤੇ ਪ੍ਰਾਸੰਗਿਕ। ਠੀਕ ਹੈ, ਪ੍ਰਾਸੰਗਿਕ ਮਤਲਬ ਆਪਾਂ ਨੂੰ ਵਿਵਹਾਰਿਕ ਦੇ ਵਿੱਚ ਵੀ ਐਡ ਕਰ ਸਕਦੇ ਹਾਂ, ਪਰ ਜੇ ਆਪਣਾ ਇਹ ਰਹੂਗਾ ਪ੍ਰਾਸੰਗਿਕ ਅਤੇ ਸ਼ਾਬਦਿਕ। ਸ਼ਾਬਦਿਕ ਅਰਥ ਨਾਲ ਸੰਬੰਧਿਤ ਸ਼ਾਖਾ ਜਿਹੜੀ ਉਹਨੂੰ ਕਹਿੰਦੇ ਆ ਸਿਮੈਂਟਿਕਸ। ਠੀਕ ਹੈ, ਜਿਹੜੀ ਤਾਂ ਸ਼ਾਬਦਿਕ ਨਾਲ ਸੰਬੰਧਿਤ ਸ਼ਾਖਾ ਉਹਨੂੰ ਕਹਿੰਦੇ ਆ ਸਿਮੈਂਟਿਕਸ, ਅਤੇ ਜਿਹੜੀ ਪ੍ਰਾਸੰਗਿਕ ਅਰਥਾਂ ਨਾਲ ਸੰਬੰਧਿਤ ਹੈ ਉਹਨੂੰ ਕੀ ਕਹਿੰਦੇ ਆ? ਪ੍ਰੈਗਮੈਟਿਕਸ। ਠੀਕ ਹੈ, ਇੱਕ ਨੂੰ ਕਹਿੰਦੇ ਆ ਸਿਮੈਂਟਿਕਸ, ਇੱਕ ਨੂੰ ਕਹਿੰਦੇ ਆ ਪ੍ਰੈਗਮੈਂਟਿਕਸ। ਸਮਝ ਲੱਗ ਗਈ ਸਾਰੇ ਬੱਚਿਆਂ ਨੂੰ? ਇਹ ਸੀ ਆਪਣਾ ਅਰਥ ਵਿਗਿਆਨ। ਨੈਕਸਟ ਚੱਲਦੇ ਹਾਂ ਆਪਾਂ ਹੁਣ ਭਾਰਤੀ ਅਰਥ ਵਿਗਿਆਨ ਪਰੰਪਰਾ। ਭਾਰਤ ਦੀ ਜਿਹੜੀ ਅਰਥ ਵਿਗਿਆਨ ਪਰੰਪਰਾ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਪੜ੍ਹਾਂਗੇ ਆਪਾਂ। ਨੈਕਸਟ ਚੱਲਦੇ ਹਾਂ ਆਪਾਂ ਇਹਦੇ ਵਿੱਚ ਭਾਰਤੀ ਅਰਥ ਵਿਗਿਆਨ ਪਰੰਪਰਾ ਵਿੱਚ ਦੋ ਪ੍ਰਕਾਰ ਦੇ ਅਰਥ ਸਿਧਾਂਤ ਪ੍ਰਚਲਿਤ ਹੈ। ਇਹ ਕੁਐਸਚਨ ਪੁੱਛੇ ਜਾਣੇ ਆ ਤੁਹਾਡੇ ਤੋਂ। ਭਲਾਂ ਦੀ ਮੈਂ ਮੌਕ ਟੈਸਟ ਦੇ ਵਿੱਚ ਪੁੱਛ ਲਾਂ, ਭਲਾਂ ਦੀ ਜਿਹੜਾ ਕੱਲ੍ਹ ਦਾ ਉਹਦੇ ਵਿੱਚ ਤਾਂ ਪੁੱਛਣਾ ਹੀ ਪੁੱਛਣਾ। ਭਾਰਤੀ ਅਰਥ ਵਿਗਿਆਨ ਪਰੰਪਰਾ ਵਿੱਚ ਦੋ ਪ੍ਰਕਾਰ ਦੇ ਦੋ ਪ੍ਰਕਾਰ ਦੇ ਅਰਥ ਸਿਧਾਂਤ ਪ੍ਰਚਲਿਤ ਹੈ। ਕਿਹੜੇ ਹੈ? ਇੱਕ ਤਾਂ ਹੈਗਾ ਖੰਡ ਸਿਧਾਂਤ, ਇੱਕ ਹੈਗਾ ਅਖੰਡ ਸਿਧਾਂਤ। ਤਾਂ ਹੁਣ ਸੁਣ ਲਓ ਇਹ ਹੁੰਦੇ ਕਿਹੜੇ ਆ। ਜਿਹੜਾ ਖੰਡ ਸਿਧਾਂਤ ਹੈ ਉਹਦੇ ਵਿੱਚ ਕੀ ਹੈ? ਅਰਥਾਂ ਦੀ ਜਿਹੜੀ ਖੰਡਿਤ ਪ੍ਰਕਿਰਤੀ ਹੈ ਉਹਨੂੰ ਸਵੀਕਾਰ ਕੇ ਜਿਹੜੀ ਠੀਕ ਹੈ ਖੰਡਿਤ ਪ੍ਰਕਿਰਤੀ ਹੈ ਉਹਨੂੰ ਸਵੀਕਾਰਿਆ ਜਾਂਦਾ ਕਿਹਦੇ ਵਿੱਚ? ਖੰਡ ਸਿਧਾਂਤ ਦੇ ਵਿੱਚ। ਅਤੇ ਉਹਨੂੰ ਕੀ ਕੀਤਾ ਜਾਂਦਾ? ਜਿਹੜਾ ਸਵੀਕਾਰ ਕੇ ਸ਼ਬਦਾਂ ਨੂੰ ਮਨੁੱਖੀ ਚਿੰਤਨ ਪ੍ਰਕਿਰਿਆ ਦਾ ਮੂਲ ਆਧਾਰ ਮੰਨਦਾ ਹੈ। ਜੇ ਸਵੀਕਾਰ ਕੇ ਫਿਰ ਉਹਨੂੰ ਕੀ ਮੰਨਿਆ ਜਾਂਦਾ? ਮਨੁੱਖੀ ਚਿੰਤਨ ਪ੍ਰਕਿਰਿਆ ਦਾ ਮੂਲ ਆਧਾਰ ਮੰਨਿਆ ਜਾਂਦਾ। ਠੀਕ ਹੈ, ਕਿਹਦੇ ਵਿੱਚ? ਖੰਡ ਸਿਧਾਂਤ ਦੇ ਵਿੱਚ। ਇਹਦੇ ਵਿੱਚ ਪੁੱਛਿਆ ਜਾ ਸਕਦਾ, MCQ ਨੋਟ ਕਰ ਲਿਓ। ਕਿਹੜੇ ਸਿਧਾਂਤ ਦੇ ਵਿੱਚ ਮਨੁੱਖੀ ਚਿੰਤਨ ਪ੍ਰਕਿਰਿਆ ਦਾ ਮੂਲ ਸਿਧਾਂਤ ਕਿਹਨੂੰ ਮੰਨਿਆ ਜਾਂਦਾ? ਖੰਡਿਤ ਜਿਹੜੇ ਸ਼ਬਦਾਂ ਨੂੰ, ਉਹ ਹੈਗਾ ਖੰਡ ਸਿਧਾਂਤ ਦੇ ਵਿੱਚ। ਇਹਦਾ ਇੱਕ ਹੋਰ ਮੋਲਡ ਕਰਕੇ ਕੁਐਸਚਨ ਆ ਸਕਦਾ, ਉਹ ਮੈਂ ਤੁਹਾਨੂੰ ਕੱਲ੍ਹ ਪਾ ਦੂੰਗਾ। ਨੈਕਸਟ ਹੈ ਜਦੋਂ ਕਿ ਅਖੰਡ ਸਿਧਾਂਤ ਵਿੱਚ ਵਾਕ ਨੂੰ ਅਰਥਾਂ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਤਾਂ ਇਹਦੇ ਵਿੱਚ ਪੁੱਛਿਆ ਜਾ ਸਕਦਾ ਕਿ ਮਨੁੱਖੀ ਚਿੰਤਨ ਪ੍ਰਕਿਰਿਆ ਦਾ ਮੁੱਖ ਸਿਧਾਂਤ ਜਾਂ ਮੁੱਖ ਆਧਾਰ ਜਾਂ ਮੂਲ ਆਧਾਰ ਕਿਹਦੇ 'ਚ ਮੰਨਿਆ ਜਾਂਦਾ? ਤਾਂ ਉਹ ਖੰਡ ਸਿਧਾਂਤ ਆਊਗਾ। ਅਤੇ ਜੇ ਪੁੱਛਿਆ ਜਾਵੇ ਵਾਕ ਨੂੰ ਅਰਥਾਂ ਦਾ ਮੁੱਖ ਸਰੋਤ ਕਿਹਦੇ ਵਿੱਚ ਮੰਨਿਆ ਜਾਂਦਾ? ਤਾਂ ਅਖੰਡ ਸਿਧਾਂਤ ਦੇ ਵਿੱਚ। ਇਹ 2 ਜਾਂ 4 MCQ ਇਹਦੇ ਵਿੱਚੋਂ ਐਂ ਬਣ ਜਾਣੇ ਆ, ਅਤੇ ਇਹ ਕੱਲ੍ਹ ਤੁਹਾਨੂੰ ਟੈਸਟ ਦੇ ਵਿੱਚ ਮਿਲ ਜਾਣਗੇ। ਨੈਕਸਟ ਚੱਲਦੇ ਆਪਾਂ ਹੁਣ ਅੱਗੋਂ ਹੈਗਾ ਸ਼ਾਬਦਿਕ ਅਤੇ ਪ੍ਰਾਸੰਗਿਕ ਅਰਥਾਂ 'ਚ ਅੰਤਰ ਕੀ ਆ। ਆਪਾਂ ਉੱਤੇ ਕੀਤੇ ਆ ਸੈਕਿੰਡ ਪਾਰਟ ਦੇ ਵਿੱਚ। ਠੀਕ ਹੈ, ਤਾਂ ਹੁਣ ਇਹਨਾਂ ਦਾ ਅੰਤਰ ਸੁਣ ਲਓ ਕੀ ਹੁੰਦਾ, ਧਿਆਨ ਨਾਲ ਸਮਝ ਲਿਓ। ਸ਼ਬਦਾਂ ਦੇ ਉਹ ਅਰਥ, ਠੀਕ ਹੈ, ਜੋ ਸ਼ਬਦਾਂ ਦੀ ਇੱਕ ਕੋਸ਼ਗਤ ਇਕਾਈ ਵਜੋਂ ਸਾਕਾਰ ਹੁੰਦੇ ਆ। ਜਿਹੜੇ ਕੋਸ਼ਗਤ ਇਕਾਈ ਵਜੋਂ ਸਾਕਾਰ ਕੀਤੇ ਜਾਂਦੇ ਆ ਸ਼ਬਦਾਂ ਦੇ ਅਰਥ, ਠੀਕ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ? ਸ਼ਾਬਦਿਕ ਅਰਥ। ਅਤੇ ਨੈਕਸਟ ਹੈ ਭਾਸ਼ਾਈ ਪ੍ਰਸੰਗ ਦੇ ਅੰਤਰਗਤ ਸਾਕਾਰ ਹੋਏ ਅਰਥਾਂ ਨੂੰ ਪ੍ਰਾਸੰਗਿਕ। ਜਿਹੜੇ ਤਾਂ ਹੁੰਦੇ ਆ ਕੋਸ਼ਗਤ ਇਕਾਈ ਵਜੋਂ, ਠੀਕ ਹੈ, ਉਹ ਹੁੰਦੇ ਆ ਸ਼ਾਬਦਿਕ, ਅਤੇ ਜਿਹੜੇ ਹੁੰਦੇ ਆ ਭਾਸ਼ਾਈ ਪ੍ਰਸੰਗ ਦੇ ਅੰਤਰਗਤ ਉਹ ਹੁੰਦੇ ਆ ਪ੍ਰਾਸੰਗਿਕ।
ਕਲੀਅਰ ਹੋ ਰਿਹਾ ਸਾਰੇ ਬੱਚਿਆਂ ਨੂੰ? ਬਸ ਆ ਦੋ ਹੀ ਮੇਨ ਜਿਹੜਾ ਇਹਨਾਂ ਵਿੱਚ ਇੱਕ ਡਿਫਰੈਂਸ ਹੈਗਾ ਉਹ ਨੋਟ ਕਰ ਲਿਓ। ਹੁਣ ਚੱਲਦੇ ਹਾਂ ਆਪਣਾ ਅਰਥਬੋਧ ਵੱਲ। ਇਹ ਸੀ ਆਪਣੀ ਕਹਿ ਲਓ ਪਹਿਲਾਂ ਡੈਫੀਨੇਸ਼ਨ ਚੱਲ ਰਹੀ ਸੀ ਜਾਂ ਤੁਹਾਨੂੰ ਸਮਝਾਤਾ ਕਿ ਇਹਨਾਂ ਵਿੱਚ ਅਰਥ ਵਿਗਿਆਨ ਹੋ ਗਿਆ, ਜਿਹੜੀ ਭਾਰਤੀ ਅਰਥ ਦੀ ਆਪਣੀ ਪਰੰਪਰਾ ਹੋ ਗਈ ਅਰਥ ਵਿਗਿਆਨ ਦੀ, ਫਿਰ ਆਪਾਂ ਅੰਤਰ ਕਰ ਲਿਆ ਉਹਨਾਂ ਵਿੱਚ, ਫਿਰ ਉਹਦੇ ਵਿੱਚ ਸਿਧਾਂਤ ਕਿਹੜੇ ਕਿਹੜੇ ਆ, ਆਪਾਂ 5 ਤੋਂ 6 ਚੀਜ਼ਾਂ ਡਿਸਕਸ ਕਰ ਲਈਆਂ। ਹੁਣ ਆਪਾਂ ਚੱਲਦੇ ਹਾਂ ਅਰਥਬੋਧ ਵੱਲ, ਜਿਹੜੀ ਆਪਣੀ ਸਿੰਪਲ ਟੌਪਿਕ ਹੈ। ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਠੀਕ ਹੈ, ਸਿੰਪਲ ਅਤੇ ਸੌਖੀ ਅਤੇ ਇੱਕ ਲਾਈਨ ਵਿੱਚ ਖਤਮ ਹੋਣ ਵਾਲੀ ਭਾਸ਼ਾ ਹੈ। ਡੈਫੀਨੇਸ਼ਨ ਹੈ, ਪਰਿਭਾਸ਼ਾ। ਉਹਦੇ ਵਿੱਚ ਕੀ ਹੈ ਆਪਣੇ ਕੋਲੇ ਕਿ ਜਿਹੜੀ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਹੁੰਦੀ ਹੈ ਉਹਨੂੰ ਕਹਿੰਦੇ ਆ ਅਰਥਬੋਧ। ਠੀਕ ਹੈ, ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਆਪਣੇ ਕੋਲੇ, ਅਧਿਐਨ ਕਿਹੜੇ ਕਿਹੜਿਆਂ ਨਾਲ ਕੀਤਾ ਜਾਂਦਾ? 4 ਨਾਲ ਕੀਤਾ ਜਾਂਦਾ। ਕਈ ਜਿਹੜੇ ਛੋਟੇ ਬੱਚਿਆਂ ਦੀ ਬੁੱਕਸ ਉਹਨਾਂ ਵਿੱਚ 3 ਲਿਖੇ ਹੋਏ ਆ, ਉਹਨਾਂ ਵਿੱਚ ਜਿਹੜੇ ਬਹੁਤੇ ਸ਼ਬਦ ਹੈ ਨਹੀਂਗੇ। ਠੀਕ ਹੈ, ਇਹ ਨੋਟ ਕਰਦੇ ਰਿਹਾ ਕਰੋ। ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਅਤੇ ਵਿਰੋਧਾਰਥਕ ਸ਼ਬਦ। ਠੀਕ ਹੈ, ਇਹਦੇ ਵਿੱਚ ਹੈ ਵਿਰੋਧ ਆਰਥਕ ਸ਼ਬਦ। ਇਹ ਕੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ। ਸਿੰਪਲ ਹੈਗਾ ਆਪਣਾ, ਕੁਛ ਵੀ ਨਹੀਂ ਇਹਦੇ ਵਿੱਚ ਔਖਾ। ਬਸ ਤੁਹਾਨੂੰ ਮੈਂ 2-3 ਚੀਜ਼ਾਂ ਇਹਦੇ ਵਿੱਚ ਸਮਝ ਦੇ ਵਿੱਚ ਰੱਖਣ ਵਾਲੀਆਂ ਹੈਗੀਆਂ, ਉਹ ਨੋਟ ਜ਼ਰੂਰ ਕਰ ਲਿਓ ਕਿ ਇਹਦੇ ਵਿੱਚ ਕਿਵੇਂ ਕੁਐਸਚਨ ਬਣ ਸਕਦੇ ਆ ਪੇਪਰ ਦੇ ਵਿੱਚ, ਉਵੇਂ ਹੀ ਪੁੱਛੇ ਜਾਣਗੇ ਪੱਕਾ 101%। ਠੀਕ ਹੈ, ਬਸ ਉਹ ਤੁਸੀਂ ਮੈਂ ਤੁਹਾਨੂੰ ਸਮਝਾ ਦਿੰਦਾ, ਧਿਆਨ ਨਾਲ ਸਮਝ ਲਿਓ। ਆਪਾਂ ਇੱਕ ਇੱਕ ਨੂੰ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਕਰਾਂਗੇ ਬਹੁਅਰਥਕ ਸ਼ਬਦ ਦੀ। ਬਹੁਅਰਥਕ ਸ਼ਬਦ ਦੇ ਵਿੱਚ ਕੀ ਹੈ ਆਪਣੇ ਕੋਲੇ? ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦਾ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ। ਆਮ ਤੌਰ 'ਤੇ ਬਹੁਅਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਸ਼ਬਦ ਜੋੜ ਅਤੇ ਉਚਾਰਨਤਾ, ਠੀਕ ਹੈ, ਉਚਾਰਨ ਸ਼ਬਦ ਜੋੜ ਇੱਕੋ ਜਿਹੇ ਹੋਣ। ਦੁਬਾਰਾ ਫਿਰ ਮੈਂ ਦੱਸ ਦਿੰਦਾ, ਬਹੁਅਰਥਕ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਰਥ ਇੱਕੋ ਜਿਹੇ ਹੁੰਦੇ ਆ। ਠੀਕ ਹੈ, ਆਮ ਤੌਰ 'ਤੇ ਜਿਹੜੇ ਬਹੁਅਰਥਕ ਸ਼ਬਦ ਹੁੰਦੇ ਆ ਉਹਨਾਂ ਵਿੱਚ ਕੀ ਹੁੰਦਾ? ਸ਼ਬਦ ਜੋੜ ਅਤੇ ਉਚਾਰਨ ਇੱਕੋ ਜਿਹੇ ਹੁੰਦੇ ਆ। ਕਲੀਅਰ ਹੋ ਗਿਆ ਸਾਰਿਆਂ ਨੂੰ? ਇਹਦੇ ਵਿੱਚ ਕੀ ਹੈ? ਪਰ ਅਰਥਾਂ ਵਿੱਚ ਅੰਤਰ ਹੁੰਦਾ। ਅਰਥਾਂ ਵਿੱਚ ਕੀ ਹੁੰਦਾ? ਅੰਤਰ ਹੁੰਦਾ। ਠੀਕ ਹੈ, ਤਾਂ ਉਦੋਂ ਬਾਅਦ ਆਪਣੇ ਕੋਲ ਕੀ ਹੈ? ਕਈ ਵਾਰ ਇੱਕੋ ਜਿਹੇ ਜਾਪਦੇ ਸ਼ਬਦ ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਆ। ਇਹ ਤੁਹਾਨੂੰ ਮੈਂ ਜਿਹੜਾ ਦੱਸ ਰਿਹਾ ਇਹ ਸਿਰਫ ਇਹ ਹੈ ਕਿ ਇੱਕ ਵਾਰੀ ਕਲੀਅਰ ਆਊਟ ਕਰ ਲਓ। ਮੈਂ 2 ਵਾਰ ਤਾਂ ਹੀ ਦੱਸ ਰਿਹਾ, ਅੱਗੇ ਦੀਆਂ ਐਗਜ਼ਾਮਪਲਾਂ ਜਿਹਦੇ ਨਾਲ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਯਾਦ ਹੋ ਜਾਊਗਾ। ਇਹਦੇ ਵਿੱਚ ਕੀ ਹੈ? ਪਰ ਅਰਥਾਂ ਵਿੱਚ ਅੰਤਰ ਹੁੰਦਾ। ਕਈ ਵਾਰ ਇੱਕੋ ਜਿਹੇ ਜਿਹੜੇ ਇੱਕੋ ਜਿਹੇ ਸ਼ਬਦ ਲੱਗਦੇ ਆ ਆਪਾਂ ਨੂੰ, ਪਰ ਉਹ ਕੀ ਹੈ? ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਆ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੇ ਜਾਣ ਕਰਕੇ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਆ। ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗਾ, ਭਲਾਂ ਦੀ ਇਹ ਚੀਜ਼ ਧਿਆਨ 'ਚ ਨਾ ਰੱਖਿਓ। ਮੈਂ ਤੁਹਾਨੂੰ ਸਮਝਾਤਾ ਹੁਣ, ਪਰ ਮੈਂ ਇੱਕ ਐਗਜ਼ਾਮਪਲ ਨਾਲ ਦੱਸੂੰਗਾ। ਇੱਕ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਆ। ਕਿਹੜੇ? ਵੱਖ-ਵੱਖ ਪ੍ਰਸੰਗਾਂ ਵਿੱਚ ਜਿਹੜੇ ਲਗਾਤਾਰ ਵਰਤੇ ਜਾਂਦੇ ਆ। ਕਿਵੇਂ? ਮੰਨ ਲਓ ਆਪਣੇ ਕੋਲ ਇੱਕ ਛੋਟਾ ਜਿਹਾ ਪ੍ਰਸੰਗ ਦੀ ਲਾਈਨ ਹੀ ਲਾ ਲਓ। ਠੀਕ ਹੈ, ਜਿਹੜਾ ਕੀ ਹੈ? ਪਤੰਗ ਬਹੁਤ ਉੱਚਾ ਉੱਡ ਰਿਹਾ ਹੈ। ਉੱਡ ਰਿਹਾ ਹੈ। ਇਹਦੇ ਵਿੱਚ ਆਪਣੇ ਕੋਲ ਉੱਚਾ ਕਿਵੇਂ ਯੂਜ਼ ਹੋਇਆ? ਉੱਚਾ ਮਤਲਬ ਹਾਈਟ। ਠੀਕ ਹੈ, ਇੰਨਾ ਕਲੀਅਰ ਹੋ ਗਿਆ ਸਾਰਿਆਂ ਨੂੰ? ਨੈਕਸਟ ਚੱਲਦੇ ਹਾਂ ਆਪਾਂ। ਇਹਦੇ ਵਿੱਚ ਕੀ ਹੈ? ਇੱਕ ਉੱਚੇ ਦਾ ਇੱਕ ਹੋਰ ਦੱਸਦਾ ਤੁਹਾਨੂੰ ਮੈਂ। ਇੱਕ ਆਪਣੇ ਕੋਲੇ ਰਾਮ ਬਹੁਤ ਉੱਚਾ ਬੋਲ ਰਿਹਾ ਹੈ। ਠੀਕ ਹੈ, ਦੇਖੋ ਉੱਚਾ ਆਪਣੇ ਕੋਲ ਉਹੀ ਹੈ, ਪਰ ਇਹਦਾ ਕੀ ਹੈ? ਪ੍ਰਸੰਗ ਵੱਖਰੇ ਵੱਖਰੇ ਸੀ, ਵਾਕ ਵੱਖਰੇ ਵੱਖਰੇ ਸੀ, ਤਾਂ ਇਹਦਾ ਅਰਥ ਕੀ ਹੋ ਗਿਆ? ਚੇਂਜ ਹੋ ਗਿਆ। ਬਸ ਇਹੀ ਦੱਸਣਾ ਸੀ ਤੁਹਾਨੂੰ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ। ਬਹੁਅਰਥਕ ਸ਼ਬਦ ਆਮ ਤੌਰ 'ਤੇ ਉਹ ਹੁੰਦੇ ਆ ਜਿਨ੍ਹਾਂ ਦੇ ਜਿਹੜਾ ਸ਼ਬਦ ਜੋੜ ਅਤੇ ਉਚਾਰਨ ਵਜੋਂ ਸੇਮ ਹੋਣ। ਠੀਕ ਹੈ, ਪਰ ਉਹਨਾਂ ਦੇ ਅਰਥ ਕੀ ਹੈ? ਅਲੱਗ-ਅਲੱਗ ਹੋਣ। ਨੈਕਸਟ ਚੱਲਦੇ ਆਪਾਂ। ਅਜਿਹੇ ਬਹੁਅਰਥਕ ਸ਼ਬਦ ਦੀਆਂ ਕੁਝ ਉਦਾਹਰਨਾਂ ਨੋਟ ਕਰ ਲਓ। ਉੱਚਾ, ਉੱਤਰ, ਉਲਟੀ। ਮੈਂ ਇਹ ਤਾਂ ਦੱਸ ਰਿਹਾ, ਇਹਨਾਂ ਦੇ ਵਾਕ ਵੀ ਬਣਾ ਸਕਦਾ ਸੀ। ਸਮਝ ਲਓ ਇਹ ਤੁਹਾਡਾ ਹੋਮਵਰਕ ਹੈ। ਇਹਨਾਂ ਦਾ ਕੀ ਕਰਨਾ? ਤੁਸੀਂ 2-2 ਵਾਕ, ਠੀਕ ਹੈ, 20 ਵਾਕ ਹੋ ਜਾਣਗੇ। 20 ਸੈਂਟੈਂਸ ਬਣਾ ਕੇ ਗਰੁੱਪ ਦੇ ਵਿੱਚ ਸੈਂਡ ਕਰਨੇ ਆ, ਆਪਣਾ ਨਾਮ ਲਿਖ ਕੇ ਸ਼ੀਟ ਦੇ ਉੱਪਰ। ਠੀਕ ਹੈ, ਸਾਰੇ ਬੱਚਿਆਂ ਨੇ। ਤਾਂ ਦੇਖਦੇ ਆ ਕਿਹੜੇ ਕਿਹੜੇ ਬੱਚੇ ਕਿੰਨਾ ਜ਼ਿਆਦਾ ਵਧੀਆ ਵਰਕ ਕਰਦੇ ਆ। ਕੱਲ੍ਹ ਜਾਂ ਅੱਜ ਜਾਂ ਕੱਲ੍ਹ ਦੀ ਕਲਾਸ ਤੋਂ ਪਹਿਲਾਂ ਤੁਸੀਂ ਇਹ ਗਰੁੱਪ ਦੇ ਵਿੱਚ ਸੈਂਡ ਕਰ ਦਿਓ ਕਿ ਜਿਹੜੇ 10 ਵਰਡ ਹੈਗੇ ਆ, ਮੈਂ ਵਰਡ ਬੋਲ ਦੇਣਾ। ਉੱਚਾ, ਉੱਤਰ, ਉਲਟੀ, ਅੱਗਾ, ਹਾਲ, ਕੱਚਾ, ਕੋਟ, ਸੰਗ, ਸਰ, ਚੱਕ। ਇਹ 10 ਹੈਗੇ ਆ, ਵਿੱਚੋਂ ਸੌਖੇ ਵੀ ਆ ਅਤੇ ਥੋੜ੍ਹੇ ਜਿਹੇ ਔਖੇ ਵੀ ਆ। ਇਹਨਾਂ ਦੇ ਮੀਨਿੰਗ ਕੀ ਹੈ? ਵੱਖ-ਵੱਖ ਨਿਕਲਦੇ ਆ, ਸੇਮ ਬੋਲਣ ਵਿੱਚ, ਪਰ ਅਰਥ ਇਹਨਾਂ ਦੇ ਵੱਖ-ਵੱਖ ਨਿਕਲਦੇ। ਜਿਵੇਂ ਮੈਂ ਤੁਹਾਨੂੰ ਹੁਣੇ ਉੱਚਾ ਦਾ ਬਣਾ ਕੇ ਦੱਸਿਆ ਸੀਗਾ, ਉਵੇਂ ਹੀ ਬਾਕੀਆਂ ਦੇ ਸੇਮ ਹੈ। ਤਾਂ ਇਹ ਤੁਹਾਡੇ 10 ਕਹਿ ਲਓ ਕਿ ਹੋਮਵਰਕ ਆ ਇਹਦਾ। ਨੈਕਸਟ ਚੱਲਦੇ ਆਪਾਂ ਸਮਾਨਾਰਥਕ ਸ਼ਬਦ ਵੱਲ। ਸਮਾਨਾਰਥਕ ਸ਼ਬਦ ਤਾਂ ਤੁਹਾਨੂੰ ਪਤਾ ਹੀ ਹੋਣੇ ਚਾਹੀਦੇ ਆ।
ਪਰ ਫਿਰ ਵੀ मैं दस देना ਆਪਾਂ ਹੁਣ ਕੀ ਪੜ੍ਹਿਆ ਜਿਹੜਾ ਇੱਕ ਹੀ ਸ਼ਬਦ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਹੁੰਦੇ ਆ। ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇਤੀ ਉੱਚੇ ਵਾਲੇ ਤੋਂ, ਠੀਕ ਹੈ, ਕਿ ਪ੍ਰਸੰਗ ਵੱਖਰੇ ਵੱਖਰਾ ਹੋਊਗਾ ਤੇ ਵਾਕਾਂ ਦਾ ਜਿਹੜਾ ਸ਼ਬਦਾਂ ਦਾ ਕੀ ਹੈ ਅਰਥ ਵੀ ਵੱਖ-ਵੱਖ ਹੋ ਜਾਊਗਾ। ਉਵੇਂ ਕੀ ਹੈ ਇਸੇ ਤਰ੍ਹਾਂ ਹੀ ਇੱਕ ਅਰਥ ਨੂੰ ਪ੍ਰਗਟਾਉਣ ਲਈ ਕਈ ਸ਼ਬਦ ਹੁੰਦੇ ਆ। ਜਦੋਂ ਇੱਕ ਅਰਥ ਨੂੰ ਪ੍ਰਗਟਾਉਂਦੇ ਆ ਆਪਾਂ, ਠੀਕ ਹੈ, ਇੱਕ ਅਰਥ ਨੂੰ ਦੱਸਦੇ ਆ ਤਾਂ ਉਹਦੇ ਕਿੰਨੇ ਹੀ ਸ਼ਬਦ ਨਿਕਲ ਆਉਂਦੇ, ਠੀਕ ਹੈ। ਉਹ ਆਪਾਂ ਐਗਜ਼ਾਮਪਲ ਦੇ ਵਿੱਚ ਗੱਲ ਕਰਦੇ ਹਾਂ। ਇਹਦੇ ਵਿੱਚ ਕੀ ਹੈ ਕੁਝ ਵੱਖ-ਵੱਖ ਸ਼ਬਦ ਬਿਲਕੁਲ ਹੀ ਇੱਕ ਅਰਥ ਦੇ ਰੱਖਦੇ ਆ, ਪਰ ਬਹੁਤੀ ਵਾਰੀ ਸਮਾਨ ਅਰਥਕ ਸ਼ਬਦ ਆ ਜਿਹੜੇ ਉਹ ਸਮਝੇ ਜਾਂਦੇ ਆ, ਠੀਕ ਹੈ। ਪਰ ਦੇਖੋ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਇਹਦੇ ਵਿੱਚ ਕਿਹਾ ਗਿਆ ਕਿ ਕੁਝ ਜਿਹੜੇ ਵੱਖ-ਵੱਖ ਸ਼ਬਦ ਆ ਉਹ ਬਿਲਕੁਲ ਹੀ ਇੱਕ ਅਰਥ ਰੱਖਦੇ ਆ, ਠੀਕ ਹੈ। ਵੱਖ-ਵੱਖ ਸ਼ਬਦ ਹੁੰਦੇ ਆ ਪਰ ਉਹਨਾਂ ਦਾ ਅਰਥ ਕੀ ਹੁੰਦਾ ਇੱਕ। ਪਰ ਜਿਹੜੇ ਸਮਾਨ ਅਰਥਕ ਸ਼ਬਦ ਹੁੰਦੇ ਆ ਉਹ ਨੇੜੇ ਤੇੜੇ ਦੇ ਅਰਥਾਂ ਨੂੰ ਹੀ ਪ੍ਰਗਟਾਉਂਦੇ ਆ, ਦੂਰ ਦਿਆਂ ਨੂੰ ਨਹੀਂ, ਨੇੜੇ ਤੇੜੇ ਦੇ। ਜਿਵੇਂ ਇਹਦੇ ਵਿੱਚ ਕੀ ਆਪਣੇ ਕੋਲੇ ਯਤਨ, ਪਹਿਲੇ ਜਿਹੜੀਆਂ ਪਹਿਲੇ ਦੇ ਵਿੱਚ ਆਉਂਦੀਆਂ ਪਹਿਲੇ ਤਰ੍ਹਾਂ ਦੇ ਸਮਾਨ ਅਰਥਕ ਸ਼ਬਦ ਆਪਣੇ ਕੋਲ ਹੁੰਦੇ ਆ, ਉਹ ਹੁੰਦੇ ਆ ਸਿੰਪਲ ਬਿਲਕੁਲ। ਜਿਵੇਂ ਯਤਨ ਦੀ ਕੋਸ਼ਿਸ਼ ਹੋ ਗਈ, ਡਰ ਦਾ ਭੈ ਹੋ ਗਿਆ, ਉੱਗਾ ਦਾ ਮਸ਼ਹੂਰ ਹੋ ਗਿਆ, ਉੱਤਰ ਦਾ ਜਵਾਬ ਹੋ ਗਿਆ। ਉਵੇਂ ਹੀ ਇਸ ਪ੍ਰਕਾਰ ਇੱਕੋ ਅਰਥ ਨੂੰ ਪ੍ਰਗਟਾਉਂਦੇ ਆ ਜਿਹੜੇ ਸ਼ਬਦ ਉਹ ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਆ। ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੇ ਸ਼ਬਦ ਹੈ ਇਹ ਵੱਖ-ਵੱਖ ਸੋਮਿਆਂ ਤੋਂ ਆਏ ਆ। ਜਿਵੇਂ ਭੈ ਨੂੰ ਆਪਾਂ ਹਿੰਦੀ ਦੇ ਵਿੱਚ ਵੀ ਯੂਜ਼ ਕਰ ਲੈਂਦੇ ਆ, ਉਵੇਂ ਡਰ ਕੀ ਹੈ ਪੰਜਾਬੀ ਦਾ ਵਰਡ ਆਪਣਾ, ਪਰ ਇਹਨਾਂ ਦੇ ਜਿਹੜੇ ਅਰਥ ਅਤੇ ਸਮਾਨ ਅਰਥਕ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹਾਂ ਆਪਾਂ। ਉਵੇਂ ਹੀ ਅੱਗੋਂ ਆਪਣੇ ਕੋਲ ਕੀ ਹੈ, ਇਹ ਸੀ ਆਪਣੇ ਕੋਲੇ ਪਹਿਲੀ ਤਰ੍ਹਾਂ ਦੇ। ਤਾਂ ਦੂਜੀ ਤਰ੍ਹਾਂ ਦੇ ਕਿਹੜੇ ਹੁੰਦੇ ਆ? ਦੂਜੀ ਤਰ੍ਹਾਂ ਦੇ ਉਹ ਹੁੰਦੇ ਆ ਜਿਹੜੇ ਕੀ ਹੁੰਦੇ ਆ, ਦੇਖੋ ਤੁਹਾਨੂੰ ਦੱਸ ਦੇਣਾ ਮੈਂ ਹੁਣੇ। ਦੂਸਰੀ ਤਰ੍ਹਾਂ ਦੇ ਉਹ ਹੁੰਦੇ ਆ ਜਿਹੜੇ ਕਿ ਬਿਲਕੁਲ ਸਮਾਨ ਅਰਥਕ ਸ਼ਬਦ ਨਹੀਂ ਹੁੰਦੇ, ਪਰ ਕੀ ਹੈ ਨੇੜੇ ਤੇੜੇ ਦੇ ਅਰਥ ਪ੍ਰਗਟਾ ਦਿੰਦੇ ਆ। ਦੇਖੋ ਕਿਵੇਂ, ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ। ਜਿਵੇਂ ਸਮਾਨ ਨਹੀਂ ਹੁੰਦੇਗੇ, ਜਿਵੇਂ ਆਪਣਾ ਮੈਥ ਦੀ ਐਗਜ਼ਾਮਪਲ ਲੈ ਲਓ 499, ਪਰ ਆਪਾਂ ਇਹਨੂੰ ਕਿਵੇਂ, ਜੇ ਆਪਾਂ ਕਿਸੇ ਨੂੰ ਪੇ ਵੀ ਕਰਨੇ ਹੁਣ ਕਿੰਨੇ ਪੇ ਕਰਾਂਗੇ 500, ਤਾਂ ਇਹਨੂੰ ਆਪਾਂ ਕਹਿ ਲਓ ਕਿ ਨੇੜੇ ਤੇੜੇ ਦਾ ਇਹਦਾ ਕੀ ਆ ਗਿਆ 500। ਉਵੇਂ ਕੀ ਹੈ ਕਿ ਵਰਡ ਹੁੰਦਾ ਇੱਕ, ਪਰ ਉਹ ਉਹਨਾਂ ਦਾ ਸਮਾਨ ਨਹੀਂ ਹੁੰਦਾ, ਪਰ ਉਹ ਨੇੜੇ ਤੇੜੇ ਜਿਹੜਾ ਹੁੰਦਾ ਉਹਦੇ ਵਰਡ ਉਹਨੂੰ ਪ੍ਰਗਟਾ ਦਿੰਦੇ ਆ। ਕਿਵੇਂ? ਜਿਵੇਂ ਉਚਾਟ ਦਾ ਆਪਣੇ ਕੋਲ ਆ ਗਿਆ ਉਦਾਸ, ਠੀਕ ਹੈ। ਸਾਦਾ ਦਾ ਆ ਗਿਆ ਸਰਲ, ਜਿਹਨੂੰ ਸਿੰਪਲ ਕਹਿ ਦਿੰਦੇ ਆਪਾਂ, ਠੀਕ ਹੈ। ਸਮਝ ਲੱਗ ਰਹੀ ਹੈ ਮੈਂ ਕੀ ਕਹਿਣਾ ਚਾਹ ਰਿਹਾ? ਤਾਂ ਇਹ ਸੀ ਆਪਣਾ। ਹੁਣ ਇਹਦੇ ਵਿੱਚ ਕੀ ਹੈ, ਕੁਝ ਸਮਾਨਾਰਥਕ ਸ਼ਬਦ ਇਸ ਪ੍ਰਕਾਰ ਹੈ। ਕਿਵੇਂ ਕਿਵੇਂ ਹੈ? ਛੋਟੀਆਂ ਹੀ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਮੈਂ। ਉਹਨਾਂ ਦਾ ਹੋਸ਼ਾ, ਅਧੂਰਾ, ਅਪੂਰਨ, ਅੱਡਰਾ ਦਾ ਵੱਖ, ਅਲੱਗ, ਜੁਦਾ ਅਤੇ ਭਿੰਨ, ਠੀਕ ਹੈ। ਸੰਕੋਚ ਦਾ ਸੰਗ, ਸ਼ਰਮ, ਝਿਜਕ, ਸੁਖਮ ਦਾ ਬਰੀਕ, ਨਾਜ਼ਕ, ਕੋਮਲ, ਗੁੱਸਾ ਦਾ ਕ੍ਰੋਧ, ਨਾਰਾਜ਼ਗੀ ਅਤੇ ਕੈਰ। ਤਾਂ ਜਿਹੜਾ ਕਈ ਵਾਰੀ ਸ਼ਬਦ ਬੋਲਣ ਲੱਗੇ ਉਹ ਹੋ ਜਾਂਦਾ ਆਪਣੇ ਕੋਲੇ ਵੱਖਰੇ ਵੱਖਰੇ, ਜਿਹੜਾ ਪ੍ਰੋਨਾਊਂਸੀਏਸ਼ਨ ਕਹਿ ਸਕਦੇ ਹੋ ਤੁਸੀਂ, ਤਾਂ ਉਹਨਾਂ ਨੂੰ ਕਨਫਿਊਜ਼ ਨਾ ਹੋਏ ਉਹਦੇ ਵਿੱਚ। ਜਿਵੇਂ ਇਹਦੇ ਵਿੱਚ ਕੀ ਹੈ ਅੱਡਰਾ, ਜਿਵੇਂ ਅੱਡ ਦਾ, ਠੀਕ ਹੈ। ਨੈਕਸਟ ਚੱਲਦੇ ਆਪਾਂ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆ ਗਿਆ ਆਪਣੇ ਕੋਲੇ। ਇਹ ਚੀਜ਼ਾਂ ਮੈਂ ਤਾਂ ਤੁਹਾਨੂੰ ਜਲਦੀ ਕਰਾ ਰਿਹਾ ਕਿਉਂਕਿ ਇਹ ਆਪਾਂ ਸਟਾਰਟਿੰਗ ਤੋਂ ਕੀਤੀਆਂ ਹੋਈਆਂ। ਕੰਸੈਪਟ ਕਰਾਉਣ ਦਾ ਮਤਲਬ ਇਹ ਹੈ ਕਿ ਇੱਕ ਤਾਂ ਆਪਣਾ ਕੰਸੈਪਟ ਕੰਪਲੀਟ ਹੋ ਜਾਊਗਾ, ਕਿਸੇ ਬੱਚੇ ਨੂੰ ਇਹ ਨਾ ਹੋਊ ਕਿ ਅਰਥ ਜਿਹੜਾ ਬੋਧ ਕੀਤਾ ਨਹੀਂ। ਤਾਂ ਜੇ 4-5 ਚੀਜ਼ਾਂ ਨਵੀਆਂ ਵੀ ਹੋਣਗੀਆਂ ਉਹ ਵੀ ਤੁਹਾਨੂੰ ਕਲੀਅਰ ਆਊਟ ਹੋ ਜਾਣਗੀਆਂ, ਜਿਹੜੀਆਂ ਤੁਸੀਂ ਸਮਝੀਆਂ ਨਹੀਂ ਹੋਣੀਆਂ ਜਾਂ ਭੁੱਲ ਗਏ ਹੋਵੋਗੇ। ਇਹਦੇ ਵਿੱਚ ਕੀ ਹੈ, ਇਹ ਸ਼ਬਦ ਅੰਗੇਤਰ ਅਤੇ ਪਿਛੇਤਰ ਲਾ ਕੇ, ਦੇਖੋ ਧਿਆਨ ਨਾਲ ਸਮਝਿਓ ਕੀ ਗੱਲਾਂ ਕੀਤੀਆਂ ਗਈਆਂ ਇਹਦੇ ਵਿੱਚ। ਜਿਹੜੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ, ਠੀਕ ਹੈ, ਉਹ ਅੰਗੇਤਰ ਪਿਛੇਤਰ ਲਾ ਕੇ ਨਵੇਂ ਸ਼ਬਦਾਂ ਦੀ ਉਤਪੱਤੀ ਹੁੰਦੀ ਹੈ। ਜਦੋਂ ਸਮਾਸ ਵਿਧੀ ਰਾਹੀਂ ਵਾਕਾਂਸ਼ ਦੀ ਥਾਂ ਇੱਕ ਸ਼ਬਦ, ਠੀਕ ਹੈ। ਮੁਹਾਵਰੇ ਤੋਂ ਅਖੌਤਾਂ ਦੀ ਸਿਰਜਣਾ ਇਸੇ ਯਤਨ ਦਾ ਸਿੱਟਾ। ਜਿਵੇਂ ਕੀ ਹੈ, ਬਹੁਤੇ ਸ਼ਬਦਾਂ ਦੀ ਇੱਕ ਥਾਂ ਇੱਕ ਸ਼ਬਦ ਨੂੰ ਕਿਹੜੀ ਸ਼੍ਰੇਣੀ ਵਿੱਚ ਰੱਖਿਆ ਗਿਆ? ਇਹਨਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਕਿ ਜਿਵੇਂ ਸ਼ਬਦਾਂ ਤੋਂ ਵਾਕ ਬਣ ਜਾਂਦੇ ਆ, ਠੀਕ ਹੈ। ਜਿਵੇਂ ਅੰਗੇਤਰ ਪਿਛੇਤਰ ਲਾ ਕੇ ਨਵਾਂ ਸ਼ਬਦ ਬਣ ਜਾਂਦਾ। ਉਦੋਂ ਬਾਅਦ ਕੀ ਹੈ, ਸਮਾਸ ਵਿਧੀ ਰਾਹੀਂ ਵਾਕਾਂਸ਼ ਦੀ ਥਾਂ ਇੱਕ ਸ਼ਬਦ ਵਰਤਿਆ ਜਾਂਦਾ। ਮੁਹਾਵਰੇ ਅਤੇ ਅਖੌਤਾਂ ਦੀ ਸਿਰਜਣਾ ਹੋ ਜਾਂਦੀ ਹੈ, ਜਿਵੇਂ ਮੁਹਾਵਰੇ ਹੋ ਗਏ, ਠੀਕ ਹੈ, ਨਾਲ ਅਖੌਤਾਂ, ਇਹਨਾਂ ਦੀ ਸਿਰਜਣਾ ਹੋ ਜਾਂਦੀ ਆ। ਉਵੇਂ ਕੀ ਹੈ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਿਆ ਜਾਂਦਾ, ਉਹ ਵੀ ਇਹਨਾਂ ਦੀ ਸ਼੍ਰੇਣੀ ਵਿੱਚ ਆਉਂਦਾ। ਤਾਂ ਸਾਰੇ ਕਹਿ ਲਓ ਐਗਜ਼ਾਮਪਲਾਂ ਦਿੱਤੀਆਂ ਸੀ। ਨੈਕਸਟ ਹੈ, ਇਹ ਗੱਲ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਪੂਰੇ 10-50 ਪੈਸੇ ਗਿਣ ਕੇ ਦੇਣ ਦੀ ਬਜਾਏ ਉਹਨਾਂ ਦੀ ਇਕਾਈ ਦੇ ਸਿੱਕੇ ਦੇ ਦਿੰਦੇ ਆ। ਦੇਖੋ ਕਿਵੇਂ, ਤੁਹਾਨੂੰ ਮੈਂ ਅੱਜ ਦੀ ਐਗਜ਼ਾਮਪਲ ਦਿੰਦਾ, ਭਲਾਂ ਦੀ 10 ਪੈਸੇ 50 ਪੈਸੇ ਦੇ ਵਿੱਚ ਨਾ ਰਿਓ। ਤੁਹਾਨੂੰ ਮੈਂ ਅੱਜ ਦੀ ਐਗਜ਼ਾਮਪਲ ਦਿੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ 199 ਦਾ ਰੀਚਾਰਜ ਕਰਵਾਉਣਾ, ਠੀਕ ਹੈ, ਤਾਂ ਆਪਾਂ ਕਿੰਨੇ ਰੁਪਏ ਦੇ ਦਿੰਦੇ ਹਾਂ 200। ਉਵੇਂ ਉਹਦੇ ਵਿੱਚ ਆ ਕਿ ਬਹੁਤੇ ਸ਼ਬਦ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਜਿੰਨਾ ਸਿੰਪਲ ਅਤੇ ਸੌਖਾ ਅਤੇ ਪ੍ਰਭਾਵਸ਼ਾਲੀ ਵੇਅ ਨਾਲ ਪ੍ਰਗਟਾਉਣ ਦੀ ਕੋਸ਼ਿਸ਼ ਕਰਦੇ ਹਾਂ ਓਨਾ ਵਧੀਆ ਰਹਿੰਦਾ। ਤਾਂ ਕਰਕੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਿਆ ਜਾਂਦਾ, ਠੀਕ ਹੈ। ਕਲੀਅਰ ਹੋ ਗਿਆ ਕਿ ਕਿਉਂ ਵਰਤੇ ਜਾਂਦੇ ਆ ਇਹ। ਅੱਗੇ ਆਪਾਂ ਐਗਜ਼ਾਮਪਲ ਵੀ ਕਰ ਲੈਂਦੇ ਹਾਂ। ਨੈਕਸਟ ਕੀ ਹੈ, ਇਸੇ ਤਰ੍ਹਾਂ ਭਾਸ਼ਾ ਦੀ ਵਰਤੋਂ ਸੰਖੇਪਤਾ ਵੀ ਆਉਂਦੀ ਹੈ ਅਤੇ ਪ੍ਰਭਾਵ ਵੀ ਵੱਧਦਾ। ਕਿਹਦੇ ਨਾਲ? ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨਾਲ ਕੀ ਹੁੰਦਾ
ਜਿਹੜੀ ਭਾਸ਼ਾ ਦੇ ਵਿੱਚ ਸੰਖੇਪਤਾ ਵੀ ਆ ਜਾਂਦੀ ਹੈ ਤੇ ਪ੍ਰਭਾਵ ਵੀ ਵੱਧਦਾ ਹੈ। ਕਿਵੇਂ? ਤੁਹਾਨੂੰ ਮੈਂ ਹੁਣ ਇੱਕ ਐਗਜ਼ਾਮਪਲ ਦਿੰਦਾ। ਦੇਖੋ ਇਹਦੇ ਵਿੱਚ ਕੀ ਹੈ, ਸੰਦੀਪ ਦਾ ਪਤੀ ਜਿਉਂਦਾ ਹੈ ਪਰ ਉਹ ਭਾਗਾਂ ਵਾਲੀ ਹੈ। ਠੀਕ ਹੈ, ਸੰਦੀਪ ਦਾ ਪਤੀ ਜਿਉਂਦਾ ਹੈ, ਉਹ ਭਾਗਾਂ ਵਾਲੀ ਹੈ। ਇਹਦੇ ਵਿੱਚ ਕੀ ਹੈ ਕਿ ਸੈਂਟੈਂਸ ਨੂੰ ਐਂ ਲੱਗ ਰਿਹਾ ਜਿਵੇਂ ਬਹੁਤਾ ਜ਼ਿਆਦਾ ਖਿੱਚਿਆ ਜਾ ਰਿਹਾ, ਮਤਲਬ ਨਾ ਇਹ ਪ੍ਰਭਾਵ ਪਾ ਰਿਹਾ ਕਿਸੇ 'ਤੇ। ਜਿਵੇਂ ਹੁਣ ਮੈਂ ਤੁਹਾਨੂੰ ਕਹਿ ਦਾਂ ਕਿ ਆਪਾਂ ਗੱਲ ਕਰਦੇ ਕਰਦੇ ਕਿ ਸੰਦੀਪ ਦਾ ਪਤੀ ਜਿਹੜਾ ਜਿਉਂਦਾ ਹੈ ਉਹ ਭਾਗਾਂ ਵਾਲੀ ਹੈ, ਤੁਸੀਂ ਕਹੋਗੇ ਇਹਨਾਂ ਮੈਨੂੰ ਇਹ ਲੱਗ ਰਿਹਾ ਮੀਨਿੰਗ ਤਾਂ ਹੈਗਾ ਪਰ ਮੈਨੂੰ ਪ੍ਰੋਪਰ ਵੇ ਨਾਲ ਜਿਹੜਾ ਸੈਟਿਸਫਾਈ ਨਹੀਂ ਕਰ ਰਿਹਾ। ਤਾਂ ਹੁਣ ਇਹਦੀ ਜਗ੍ਹਾ 'ਤੇ ਕੀ ਵਰਤਾਂਗੇ ਆਪਾਂ, ਸੰਦੀਪ ਸੁਹਾਗਣ ਭਾਗਣ ਹੈ। ਠੀਕ ਹੈ, ਦੇਖੋ ਇਹ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨੂੰ, ਜਿਵੇਂ ਪਤੀ ਜਿਉਂਦਾ ਹੈ ਸੁਹਾਗਣ ਆ ਗਿਆ, ਭਾਗਾਂ ਵਾਲੀ ਹੈ ਭਾਗਣ ਆ ਗਿਆ, ਤਾਂ ਇਹਦੇ ਵਿੱਚ ਕੀ ਹੈ ਪ੍ਰਭਾਵਸ਼ਾਲੀ ਹੋ ਗਿਆ ਤੇ ਉਦੋਂ ਬਾਅਦ ਕੀ ਹੋ ਗਿਆ, ਸੰਖੇਪਿਕ ਹੋ ਗਈ ਜਿਹੜੀ ਭਾਸ਼ਾ। ਕਲੀਅਰ ਹੋ ਰਿਹਾ ਕਿਉਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਿਆ ਜਾ ਰਿਹਾ? ਕਲੀਅਰ ਹੋ ਰਿਹਾ ਸਾਰਿਆਂ ਨੂੰ? ਤਾਂ ਕਰਕੇ ਵਰਤਿਆ ਜਾਂਦਾ ਕਿ ਭਾਸ਼ਾ ਦੇ ਵਿੱਚ ਇੱਕ ਸੰਖੇਪਤਾ ਆਵੇ ਤੇ ਉਹ ਪ੍ਰਭਾਵਸ਼ਾਲੀ ਹੋ ਜੇ। ਨੈਕਸਟ, ਉਦਾਹਰਨਾਂ ਦੀ ਤਾਂ ਲੋੜ ਹੀ ਨਹੀਂ, ਵੈਸੇ ਫਿਰ ਵੀ ਮੈਂ 2 ਉਦਾਹਰਨਾਂ ਦਿੱਤੀਆਂ ਹੋਈਆਂ। ਜਿਵੇਂ ਕਹਿ ਦਿੰਦੇ ਕਿੱਤੇ ਨੂੰ ਜਾਣਨ ਵਾਲਾ ਇਹਦਾ ਉਹ ਕ੍ਰਿਤਕ, ਤਾਂ ਜੋ ਕਦੇ ਨਾ ਥੱਕੇ ਅੰਤ ਤੱਕ। ਆਪਾਂ ਐਗਜ਼ਾਮਪਲਾਂ ਆਪਾਂ ਮੌਕ ਟੈਸਟ ਦੇ ਵਿੱਚ ਰੋਜ਼ ਕਰਿਆ ਕਰਾਂਗੇ। ਠੀਕ ਹੈ, ਨੈਕਸਟ ਆ ਗਿਆ ਆਪਣਾ ਵਿਰੋਧਾਰਥਕ ਸ਼ਬਦ, ਜਿਹੜੇ ਵਿਰੋਧੀ ਹੁੰਦੇ ਆ। ਠੀਕ ਹੈ, ਵਿਰੋਧਾਰਥਕ ਸ਼ਬਦ ਦਾ ਗਿਆਨ ਨਾਲ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ। ਜਦੋਂ ਵਿਰੋਧਾਰਥਕ ਸ਼ਬਦ ਆਪਾਂ ਨੂੰ ਗਿਆਨ ਹੋ ਜਾਂਦਾ ਜਾਂ ਬੱਚੇ ਨੂੰ ਗਿਆਨ ਹੋ ਜਾਂਦਾ ਜਾਂ ਵਿਦਿਆਰਥੀ ਨੂੰ ਗਿਆਨ ਹੋ ਜਾਂਦਾ ਤਾਂ ਉਹਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ। ਆਪੇ ਹੀ ਹੋਣਾ ਕਿਉਂਕਿ ਉਹਨੂੰ 1 ਵਰਡ ਤੋਂ 2 ਵਰਡ ਪਤਾ ਲੱਗਦੇ ਆ ਅਤੇ 2 ਤੋਂ 4। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਧਿਆਨ ਨਾਲ ਗੱਲ ਸਮਝ ਲਿਓ ਕੀ ਹੈ ਇਹਦੇ ਵਿੱਚ। ਉੱਚੀ ਤੋਂ ਹੌਲੀ ਅਤੇ ਪਤਲਾ ਤੋਂ ਮੋਟਾ। ਇੱਕ ਚੀਜ਼ ਯਾਦ ਰੱਖਿਓ ਇਹਦੇ ਵਿੱਚ, ਦੇਖੋ ਕਿਸੇ ਸ਼ਬਦ ਦਾ ਕੋਈ ਵਿਰੋਧਾਰਥਕ ਸ਼ਬਦ ਕਿਸੇ ਖਾਸ ਪ੍ਰਸੰਗ ਵਿੱਚ ਹੀ ਹੁੰਦਾ ਹੈ। ਕਿਵੇਂ? ਦੇਖੋ ਤੁਹਾਨੂੰ ਮੈਂ ਇੱਕ ਪੈਰਾ ਆ ਗਿਆ, ਜਿਵੇਂ ਰਾਮ ਬਹੁਤ ਹੌਲੀ ਖੇਡ ਰਿਹਾ ਹੈ। ਠੀਕ ਹੈ, ਰਾਮ ਬਹੁਤ ਹੌਲੀ ਖੇਡ ਰਿਹਾ ਹੈ ਅਤੇ ਉਸ ਤੋਂ ਬਾਅਦ ਕਹਿ ਲਓ ਕਿ ਉਸ ਦੇ ਵਿੱਚ, ਠੀਕ ਹੈ, ਉਹਦੇ ਵਿੱਚ ਆਪਣੇ ਤੋਂ ਪੁੱਛਣ ਕਿ ਰਾਮ ਬਹੁਤ ਹੌਲੀ ਖੇਡ ਰਿਹਾ, ਆਪਾਂ ਨੂੰ ਪ੍ਰਸ਼ਨ ਆ ਗਿਆ ਕਿ ਰਾਮ ਬਹੁਤ ਹੌਲੀ ਖੇਡ ਰਿਹਾ, ਤਾਂ ਇਹਦੇ ਵਿੱਚ ਪੁੱਛਣਗੇ ਉਹ ਕਿ ਹੌਲੀ ਦਾ ਵਿਰੋਧਾਰਥਕ ਸ਼ਬਦ ਦੱਸੋ, ਤਾਂ ਤੁਸੀਂ ਕੀ ਲਿਖ ਦੋਗੇ? ਤੇਜ਼। ਠੀਕ ਹੈ, ਇਹ ਵਿਰੋਧਾਰਥਕ ਸ਼ਬਦ ਹੋ ਗਿਆ ਤੇਜ਼। ਪਰ ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ, ਇਹਦੇ ਵਿੱਚ ਇੱਕ ਚੀਜ਼ ਦੱਸੀ ਗਈ ਹੈ, ਇਹਦੇ ਵਿੱਚ ਆਪਾਂ 2 ਵਰਡ ਯੂਜ਼ ਕੀਤੇ ਆ, ਉੱਚਾ ਅਤੇ ਪਤਲਾ। ਠੀਕ ਹੈ, ਇਹਨਾਂ ਨੂੰ ਕਿਵੇਂ ਯੂਜ਼ ਕਰਾਂਗੇ ਆਪਾਂ? ਦੇਖੋ ਉੱਚੀ, ਠੀਕ ਹੈ, ਉੱਚੀ ਸ਼ਬਦ ਦਾ ਜਿਹੜਾ ਵਿਰੋਧਾਰਥਕ ਸ਼ਬਦ ਹੈ ਉਹ ਹੌਲੀ ਹੈ, ਇਹਨਾਂ ਦਾ ਸਭ ਨੂੰ ਪਤਾ। ਪਰ ਜੇ ਪ੍ਰਸੰਗ ਚੇਂਜ ਹੋ ਗਿਆ, ਜੇ ਪੈਰਾ ਚੇਂਜ ਹੋ ਗਿਆ, ਵਾਕ ਚੇਂਜ ਹੋ ਗਿਆ, ਉਹਦੇ ਵਿੱਚ ਕੀ ਆਊਗਾ, ਇਹਦਾ ਅਰਥ ਕੀ ਹੋ ਜਾਊਗਾ? ਨੀਵੀਂ। ਠੀਕ ਹੈ, ਮਤਲਬ ਜੇ ਉੱਚੀ, ਇਹਦਾ ਇੱਕ ਹੋ ਗਿਆ ਲਾਊਡ, ਇੱਕ ਹੋ ਗਿਆ ਹਾਈਟ। ਇਹ 2 ਵਰਡ ਇਹਦੇ ਬਣਦੇ ਆ ਉੱਚੀ ਦੇ ਹੀ। ਠੀਕ ਹੈ, ਪ੍ਰਸੰਗ ਦੇ ਹਿਸਾਬ ਨਾਲ ਇਹ ਚੇਂਜ ਹੁੰਦੇ ਰਹਿੰਦੇ ਆ। ਨੈਕਸਟ ਵਰਡ ਹੈਗਾ ਆਪਣੇ ਕੋਲੇ ਜਿਵੇਂ ਪਤਲੇ ਦਾ ਕੀ ਬਣ ਜੂਗਾ ਆਪਣੇ ਕੋਲੇ ਪ੍ਰਸੰਗ ਦੇ ਵਿੱਚ? ਪਤਲਾ ਵੈਸੇ ਤਾਂ ਆਪਣੇ ਕੋਲ ਕੀ ਹੈ, ਮੋਟਾ। ਠੀਕ ਹੈ, ਤਾਂ ਇਹਨੂੰ ਹੋਰ ਪ੍ਰਸੰਗ ਦੇ ਵਾਕ ਦੇ ਵਿੱਚ ਕੀ ਯੂਜ਼ ਹੋਊਗਾ? ਗਾੜਾ। ਠੀਕ ਹੈ, ਜਿਵੇਂ ਰਾਮ ਬਹੁਤ ਪਤਲਾ ਹੈ। ਠੀਕ ਹੈ, ਦੁੱਧ ਬਹੁਤ ਪਤਲਾ ਹੈ, 2 ਵਰਡ ਬਣ ਗਏ, ਪਰ ਰਾਮ ਬਹੁਤ ਪਤਲੇ ਵਾਲੇ 'ਚ ਕੀ ਆ ਜਾਊਗਾ ਉਹਦਾ ਵਿਰੋਧੀ? ਰਾਮ ਬਹੁਤ ਮੋਟਾ ਹੈ। ਅਤੇ ਦੁੱਧ ਵਾਲੇ 'ਚ ਕੀ ਆ ਜੂ? ਦੁੱਧ ਬਹੁਤ ਪਤਲੇ ਅਤੇ ਦੁੱਧ ਬਹੁਤ ਗਾੜਾ ਹੈ। ਇਹ ਸੀ ਅੱਜ ਦਾ ਆਪਣਾ ਅਰਥਬੋਧ। ਤਾਂ ਥੋੜ੍ਹੀ ਬਹੁਤ ਮੰਨ ਲਓ ਕਨਫਿਊਜ਼ਨ ਵੀ ਹੋਵੇ ਤਾਂ ਮੈਨੂੰ ਜਦੋਂ ਮਰਜ਼ੀ ਗਰੁੱਪ 'ਚ ਪੁੱਛ ਸਕਦੇ ਹੋ, ਪਰ ਆਈ ਥਿੰਕ 100% ਮੈਂ ਆਪਣੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸੌਖੇ ਵੇ ਨਾਲ ਸਮਝਾਵਾਂ, ਤਾਂ ਹੀ ਮੈਂ ਲਿਖ ਕੇ ਲੈ ਕੇ ਆਉਂਦਾ ਹੁੰਦਾ ਸਮਝਾਉਣ ਨੂੰ। ਤਾਂ ਵੈਸੇ ਹੀ ਮੈਂ ਪੋਸਟਰ ਲਾ ਕੇ ਤੁਹਾਨੂੰ ਸਾਰੀਆਂ ਗੱਲਾਂ ਦੱਸਦਾ, ਲਿਖਦਾ ਮੈਂ ਤਾਂ ਨਿੱਕੀ ਚੀਜ਼, ਤਾਂ ਜੋ ਤੁਹਾਨੂੰ ਯਾਦ ਰਹਿ ਸਕੇ ਅਤੇ ਤੁਹਾਨੂੰ ਜਿਹੜਾ ਲਿਖਣ ਦੇ ਵਿੱਚ ਵੀ ਆਸਾਨੀ ਹੋ ਸਕੇ। ਠੀਕ ਹੈ, ਤਾਂ ਦੱਸੋ ਕਿਵੇਂ ਲੱਗਿਆ ਇਹ ਅੱਜ ਦਾ ਆਪਣਾ ਟੌਪਿਕ? ਤੁਹਾਨੂੰ ਕੁਛ ਨਵਾਂ ਸਿੱਖਣ ਨੂੰ ਮਿਲਿਆ, ਸਮਝ ਆਈ ਹੈ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ। ਕੁਛ ਕੁ ਗੱਲਾਂ ਜੇ ਤੁਹਾਨੂੰ ਇੱਕ ਵਾਰੀ 'ਚ ਨਹੀਂ ਸਮਝ ਆਈਆਂ ਹੋਣੀਆਂ, ਜਿਵੇਂ ਆਪਣਾ ਅਰਥ ਵਿਗਿਆਨ ਹੋ ਗਿਆ ਜਾਂ ਖੰਡ ਜਿਹੜੇ ਸਿਧਾਂਤ ਹੈਗੇ ਆ, ਇਹਨਾਂ ਨੂੰ ਪਲੀਜ਼ ਇੱਕ ਵਾਰੀ ਰੀਡ ਆਊਟ ਕਰ ਲਿਓ ਦੁਬਾਰਾ, ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਆਊਟ ਹੋ ਜਾਣ। ਤਾਂ ਮਿਲਦੇ ਹਾਂ ਆਪਾਂ ਜ਼ਰੂਰ, ਆਪਣੀ ਕਹਿ ਲਓ ਜੇ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਰਕੇ ਜਾਇਓ। ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ ਕੱਲ੍ਹ ਵਾਲੇ 'ਚ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮੇਂ ਦੇਣ ਵਾਸਤੇ।